A very good morning to all dear students। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਪੜ੍ਹਾਈ ਚੰਗੇ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਸਿਹਤਮੰਦ ਹੋਵੋਗੇ। ਬੱਚਿਓ, ਅੱਜ ਮੈਂ ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ ਹਰਪ੍ਰੀਤ ਕੌਰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਤੇ ਇੱਕ ਨਵਾਂ ਵਿਸ਼ਾ ਲੈ ਕੇ ਆਈ ਹਾਂ। ਸੋ ਬੱਚਿਓ, ਆਪਣਾ ਅੱਜ ਦਾ ਵਿਸ਼ਾ ਹੈ ਅਣਡਿੱਠੀ ਕਾਵਿ ਟੁਕੜੀ। ਬੱਚਿਓ, ਇਹ ਅਣਡਿੱਠੇ ਪਹਿਰੇ ਵਾਂਗ ਹੀ ਹੁੰਦੀ ਹੈ ਤੇ ਇਸ ਵਿਸ਼ੇ ਦੀ ਦੁਹਰਾਈ ਤੁਸੀਂ ਪਿਛਲੀ ਜਮਾਤ ਦੇ ਵਿੱਚ ਵੀ ਕੀਤੀ ਹੈ। ਬੱਚਿਓ, ਅਣਡਿੱਠੀ ਤੋਂ ਕੀ ਭਾਵ ਹੈ? ਅਣਡਿੱਠੀ ਜੋ ਪਹਿਲਾਂ ਨਾ ਪੜ੍ਹਿਆ ਗਿਆ ਹੋਵੇ ਜਾਂ ਨਾ ਪੜ੍ਹੀ ਗਈ ਹੋਵੇ, ਤੇ ਕਾਵਿ ਟੁਕੜੀ ਭਾਵ ਕਵਿਤਾ ਦੀਆਂ ਲਾਈਨਾਂ। ਸੋ ਬੱਚਿਓ, ਅਣਡਿੱਠੀ ਕਾਵਿ ਟੁਕੜੀ ਤੋਂ ਭਾਵ ਹੈ ਕਿ ਕਵਿਤਾ ਦੀਆਂ ਉਹ ਲਾਈਨਾਂ ਜੋ ਪਾਠ ਪੁਸਤਕ ਵਿੱਚ ਸ਼ਾਮਲ ਨਾ ਹੋਵੇ। ਬੱਚਿਓ, ਪ੍ਰੀਖਿਆ ਦੇ ਵਿੱਚ ਇਹ ਪ੍ਰਸ਼ਨ ਤੁਹਾਡੀ ਯੋਗਤਾ ਤੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖਣ ਦੀ ਪਰਖ ਕਰਨ ਲਈ ਪੁੱਛੇ ਜਾਂਦੇ ਹਨ। ਬੱਚਿਓ, ਕਵਿਤਾ ਦੇ ਵਿੱਚ ਤੁਸੀਂ ਪ੍ਰਸ਼ਨਾਂ ਦੇ ਉੱਤਰ ਤਾਂ ਦੇਣੇ ਹੀ ਹੁੰਦੇ ਹਨ। ਮੀਨਸ ਪ੍ਰਸ਼ਨਾਂ ਦੇ ਉੱਤਰ ਕਰਨ ਦੇ ਲਈ ਤਾਂ ਤੁਹਾਨੂੰ ਪੁੱਛਿਆ ਹੀ ਜਾਂਦਾ ਹੈ, ਪਰ ਨਾਲ ਹੀ ਤੁਹਾਨੂੰ ਕਈ ਵਾਰੀ ਇਹ ਵੀ ਪੁੱਛ ਲੈਂਦੇ ਹਨ ਕਿ ਇਹਨਾਂ ਸ਼ਬਦਾਂ ਦੇ ਔਖੇ ਸ਼ਬਦ ਲਿਖੋ, ਭਾਵ ਔਖੇ ਸ਼ਬਦਾਂ ਦੇ ਅਰਥ ਲਿਖਣ ਦੇ ਲਈ ਵੀ ਤੁਹਾਨੂੰ ਕਿਹਾ ਜਾ ਸਕਦਾ ਹੈ। ਬੱਚਿਓ, ਅਣਡਿੱਠੀ ਕਾਵਿ ਟੁਕੜੀ ਕਰਨ ਦੇ ਲਈ ਵੀ ਕੁਝ ਨਿਯਮ ਹਨ ਜਿਨ੍ਹਾਂ ਦਾ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ। ਕਵਿਤਾ ਦੀਆਂ ਲਾਈਨਾਂ ਨੂੰ ਸਭ ਤੋਂ ਪਹਿਲਾਂ ਤਾਂ ਕਵਿਤਾ ਦੀਆਂ ਲਾਈਨਾਂ ਨੂੰ ਸਾਨੂੰ ਸਮਝਣਾ ਹੋਵੇਗਾ, ਭਾਵ ਕਿ ਕਵਿਤਾ ਦੀਆਂ ਜੋ ਲਾਈਨਾਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ ਕਿ ਕਵੀ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਬੱਚਿਓ, ਕਵਿਤਾ ਦੀਆਂ ਲਾਈਨਾਂ ਵੀ ਸਾਨੂੰ ਜੋ ਦਿੱਤੀਆਂ ਗਈਆਂ ਹਨ ਘੱਟੋ ਘੱਟ ਵੀ 2 ਵਾਰ ਉਸ ਕਵਿਤਾ ਦੀਆਂ ਲਾਈਨਾਂ ਨੂੰ ਪੜ੍ਹਨਾ ਚਾਹੀਦਾ ਹੈ। ਬੱਚਿਓ, ਅਗਲਾ ਪੁਆਇੰਟ ਹੈ ਕਿ ਪ੍ਰਸ਼ਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਪੜ੍ਹਨਾ ਹੈ। ਸੋ ਜੋ ਸਾਨੂੰ ਕੁਐਸਚਨ ਪੁੱਟ ਕੀਤੇ ਗਏ ਹਨ ਉਹਨਾਂ ਨੂੰ ਸਾਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਹੈ। ਤੀਸਰਾ, ਪ੍ਰਸ਼ਨਾਂ ਨੂੰ ਪੜ੍ਹਨ ਤੋਂ ਬਾਅਦ ਜਿਨ੍ਹਾਂ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਮਿਲ ਜਾਣ ਉਹਨਾਂ ਲਾਈਨਾਂ ਨੂੰ ਅੰਡਰਲਾਈਨ ਕਰ ਲੈਣਾ ਚਾਹੀਦਾ ਹੈ। ਬੱਚਿਓ, ਤੁਹਾਨੂੰ ਸਮਝ ਲੱਗ ਹੀ ਗਈ ਹੋਵੇਗੀ ਕਿ ਜਿਹੜਾ ਪ੍ਰਸ਼ਨ ਤੁਹਾਨੂੰ ਪੁੱਛਿਆ ਗਿਆ ਹੈ ਉਸ ਪ੍ਰਸ਼ਨ ਦਾ ਉੱਤਰ ਜਿਹੜੀ ਲਾਈਨ ਦੇ ਵਿੱਚ ਹੈ, ਕਵਿਤਾ ਦੀ ਜਿਹੜੀ ਲਾਈਨ ਦੇ ਵਿੱਚ ਹੈ ਉਸ ਲਾਈਨ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ ਹੈ। ਬੱਚਿਓ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਤੁਸੀਂ ਉੱਤਰ ਲਿਖਣ ਲੱਗਦੇ ਹੋ ਤਾਂ ਜਿਨ੍ਹਾਂ ਲਾਈਨਾਂ ਨੂੰ ਤੁਸੀਂ ਅੰਡਰਲਾਈਨ ਕੀਤਾ ਹੈ ਉਹਨਾਂ ਨੂੰ ਉਸੇ ਤਰ੍ਹਾਂ ਹੀ ਆਨਸਰ ਦੇ ਵਿੱਚ ਨਹੀਂ ਲਿਖਣਾ, ਸਗੋਂ ਤੁਸੀਂ ਉਸ ਉੱਤਰ ਨੂੰ ਆਪਣੇ ਸ਼ਬਦਾਂ ਦੇ ਵਿੱਚ ਵਾਕ ਬਣਾ ਕੇ ਲਿਖਣਾ ਹੈ। ਬੱਚਿਓ, ਜੇ ਤੁਸੀਂ ਕਵਿਤਾ ਦੀ ਲਾਈਨ ਐਜ਼ ਇਟ ਲਿਖ ਦਿੱਤੀ, ਉਸੇ ਤਰ੍ਹਾਂ ਹੀ ਲਿਖ ਦਿੱਤੀ ਤਾਂ ਤੁਹਾਡਾ ਆਨਸਰ ਗਲਤ ਹੋ ਜਾਵੇਗਾ ਤੇ ਤੁਹਾਨੂੰ ਕੋਈ ਵੀ ਨੰਬਰ ਨਹੀਂ ਮਿਲੇਗਾ। ਸੋ ਬੱਚਿਓ, ਜੇ ਤੁਸੀਂ ਪੇਪਰ ਦੇ ਵਿੱਚ ਇਸ ਪ੍ਰਸ਼ਨ ਨੂੰ ਬੜੇ ਧਿਆਨ ਨਾਲ ਕਰੋਗੇ ਤਾਂ ਤੁਹਾਡੇ ਨੰਬਰ ਬਹੁਤ ਵਧੀਆ ਆ ਸਕਦੇ ਹਨ। ਸੋ ਮੇਰੇ ਪਿਆਰੇ ਬੱਚਿਓ, ਤੁਹਾਨੂੰ ਮੈਂ ਕੁਝ ਕਵਿਤਾ ਦੀਆਂ ਲਾਈਨਾਂ ਦੇ ਰਹੀ ਹਾਂ। ਤੁਸੀਂ ਉਹਨਾਂ ਲਾਈਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਲੱਭ ਕੇ ਆਪਣੇ ਸ਼ਬਦਾਂ ਦੇ ਵਿੱਚ ਲਿਖਣੇ ਹਨ ਤੇ ਜਿਹੜੇ ਮੈਂ ਨਿਯਮ ਦੱਸੇ ਹਨ ਉਹਨਾਂ ਨੂੰ ਵੀ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਹੀ ਉੱਤਰ ਲਿਖਣੇ ਹਨ। ਸੋ ਬੱਚਿਓ, ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖ ਕੇ ਤੁਸੀਂ ਮੈਨੂੰ ਚੈਕਿੰਗ ਦੇ ਲਈ ਸੈਂਡ ਕਰਨੇ ਹਨ, ਕਿਉਂਕਿ ਇਹ ਟੌਪਿਕ ਵੀ ਤੁਹਾਡੀ ਅਸੈਸਮੈਂਟ ਦਾ ਇੱਕ ਹਿੱਸਾ ਹੈ ਔਰ ਇਸ ਦੇ ਮਾਰਕਸ ਵੀ ਤੁਹਾਡੀ ਅਸੈਸਮੈਂਟ ਦੇ ਵਿੱਚ ਐਡ ਹੋਣਗੇ। ਧੰਨਵਾਦ।